ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਬਾਣੀ ਦੀ ਤਾਕਤ ਆਪਾਂ ਸਾਰੇ ਹੀ ਜਾਣਦੇ ਹਾਂ। ਇਸ ਪਵਿੱਤਰ ਅਸਥਾਨ ਦੀ ਤਾਕਤ ਤਾਂ ਸਾਰਾ ਜੱਗ ਨੂੰ ਹੀ ਪਤਾ ਹੈ। ਇੱਥੇ ਆਏ ਦਿਨ ਕੋਈ ਨਾ ਕੋਈ ਕ੍ਰਿਸ਼ਮੇ ਤੇ ਚਮਤਕਾਰ ਹੁੰਦੇ ਹੀ ਰਹਿੰਦੇ ਨੇ, ਕਿਉਂਕਿ ਨਿਰੰਤਰ ਬਾਣੀ ਚੱਲਦੀ ਹੈ ਅਤੇ ਜਿੱਥੇ ਬਾਣੀ ਹੁੰਦੀ ਹੈ ਉੱਥੇ ਪਰਮਾਤਮਾ ਦੀ ਕਿਰਪਾ ਅਟੁੱਟ ਵਰਤਦੀ ਹੈ। ਅਤੇ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਜੋ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ ਤੇ ਕੰਨਾਂ ਦੇ ਨਾਲ ਸੁਣਦੇ ਹਾਂ। ਕੁਝ ਕੁ ਦਾ ਪਤਾ ਲੱਗ ਜਾਂਦਾ ਹੈ ਤੇ ਕੁਝ ਕੁ ਅਣਸੁਣੇ ਹੀ ਰਹਿ ਜਾਂਦੇ ਹਨ। ਅੱਜ ਤੁਹਾਡੇ ਨਾਲ ਅਸੀਂ ਇੱਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਨਾਸਤਿਕ ਲੋਕਾਂ ਨੂੰ ਵੀ ਰੱਬ ਦੇ ਉੱਤੇ ਯਕੀਨ ਹੋ ਜਾਵੇਗਾ ਤੇ ਇਹ ਵੀ ਪੱਕਾ ਹੋ ਜਾਵੇਗਾ ਕਿ ਜੇਕਰ ਪੂਰੇ ਸੰਕਲਪ ਦੇ ਨਾਲ ਕੁਝ ਇਸ ਦੁਨੀਆ ਤੇ ਕੀਤਾ ਜਾਵੇ, ਕਿਸੇ ਵੀ ਕੰਮ ਦੇ ਵਿੱਚ ਧਿਆਨ ਲਗਾਇਆ ਜਾਵੇ ਤਾਂ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਕੀਤਾ ਜਾ ਸਕਦਾ ਹੈ। ਇਹ ਸਾਰੀ ਘਟਨਾ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਲਿਆਉਣ ਵੇਲੇ ਸਾਰੀ ਸੰਗਤ ਦੇ ਸਾਹਮਣੇ ਵਾਪਰੀ। ਇਸ ਨੂੰ ਚਮਤਕਾਰ ਕਹਿ ਦਈਏ ਤਾਂ ਕੋਈ ਹਰਜ ਨਹੀਂ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ, ਜਿੱਥੇ ਗੁਰੂ ਕੀਰਤ ਕੌਰ ਆਪਣੇ 4 ਸਾਲਾਂ ਦੇ ਬੱਚੇ ਨੂੰ ਲੈ ਕੇ ਆਈ। ਗੁਰੂ ਕੀਰਤ ਕੌਰ ਨੇ ਦੱਸਿਆ ਕਿ ਵਿਆਹ ਤੋਂ 1.5 ਸਾਲ ਬਾਅਦ ਹੀ ਉਹਨਾਂ ਦੇ ਪਤੀ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਪਤੀ ਦੇ ਜਾਣ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਹ ਸਹੁਰਿਆਂ ਦਾ ਘਰ ਛੱਡ ਕੇ ਮੋਹਾਲੀ ਤੋਂ ਚੰਡੀਗੜ੍ਹ ਵਿੱਚ ਪੈਂਦੇ ਪਿੰਡ ਮਣੀ ਮਾਜਰਾ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਰਹਿਣ ਲੱਗੀ ਤਾਂ ਉਹ ਪੇਕੇ ਆਪਣੇ ਘਰ ਵਾਪਸ ਨਹੀਂ ਗਈ। ਉਸਨੇ ਦੱਸਿਆ ਕਿ ਮੈਂ ਪੀਜੀਆਈ ਦੇ ਵਿੱਚ ਕਲਰਕ ਦੀ ਨੌਕਰੀ ਕਰਦੀ ਹਾਂ। ਉਸਨੇ ਕਿਹਾ ਕਿ ਮੈਂ ਸੋਚ ਲਿਆ ਸੀ ਕਿ ਹੁਣ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਵਾਂਗੀ, ਮਿਹਨਤ ਕਰਕੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਾਂਗੇ ਤੇ ਉਸ ਨੂੰ ਪੜ੍ਹਾਵਾਂਗੇ ਤੇ ਲਿਖਵਾਵਾਂਗੇ, ਇਸ ਨੂੰ ਆਪਣੇ ਪੈਰਾਂ ਉੱਤੇ ਸਟੈਂਡ ਕਰਾਂਗੀ। ਗੁਰਕੀਰਤ ਕੌਰ ਨੇ ਦੱਸਿਆ ਕਿ ਜਿੱਥੇ ਮੈਂ ਕਿਰਾਏ ਤੇ ਰਹਿੰਦੀ ਸੀ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਰਹਿੰਦੀ ਸੀ। ਉਹ ਔਰਤ ਕਿਸੇ ਨਾਲ ਵੀ ਗੱਲ ਨਹੀਂ ਕਰਦੀ ਸੀ ਤੇ ਮੇਰੇ ਕੋਲ ਵੀ ਉਹ ਬਸ ਮਹੀਨੇ ਦੇ ਵਿੱਚ ਇੱਕ ਵਾਰ ਕਿਰਾਇਆ ਲੈਣ ਹੀ ਆਉਂਦੀ ਸੀ, ਕੋਈ ਗੱਲ ਵੀ ਨਹੀਂ ਕਰ ਸਕਦੀ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਇੰਨੇ ਵੱਡੇ ਘਰ ਦੇ ਵਿੱਚ ਸਿਰਫ ਇੱਕ ਕਮਰਾ ਹੀ ਕਿਰਾਏ ਤੇ ਦਿੰਦੀ ਸੀ। ਆਂਢ ਗੁਆਂਢ ਤੋਂ ਪਤਾ ਲੱਗਿਆ ਕਿ ਉਸ ਦਾ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਪੋਤੇ ਪੋਤੀ ਬਾਹਰ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਤੇ ਉਸ ਦਾ ਪਤਾ ਵੀ ਲੈਣ ਨਹੀਂ ਆਉਂਦੇ। 7 ਮਹੀਨੇ ਬੀਤੇ ਤੇ ਕਿਸੇ ਬਿਮਾਰੀ ਦੇ ਕਾਰਨ ਉਸ ਬਜ਼ੁਰਗ ਦੀ ਮੌਤ ਹੋ ਗਈ। ਆਂਢ ਗੁਆਂਢ ਦੇ ਲੋਕਾਂ ਨੇ ਰਲ ਮਿਲ ਕੇ ਉਸ ਦਾ ਸੰਸਕਾਰ ਕਰ ਦਿੱਤਾ। ਹੁਣ ਇਸ ਘਰ ਦਾ ਮਾਲਕ ਕੋਈ ਵੀ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਕਿਰਾਇਆ ਕਿਸ ਨੂੰ ਦੇਵਾਂ। ਉਸ ਦੇ ਮਰਨ ਤੋਂ ਬਾਅਦ ਪਾਠ ਤੱਕ ਵੀ ਕਿਸੇ ਨੇ ਨਹੀਂ ਕਰਵਾਇਆ। ਉਸ ਦੇ ਰਿਸ਼ਤੇਦਾਰਾਂ ਦਾ ਵੀ ਕਿਸੇ ਨੂੰ ਪਤਾ ਨਹੀਂ ਸੀ। ਉਸ ਦੇ ਮਰਨ ਤੋਂ ਬਾਅਦ ਰਾਤ ਨੂੰ ਮੇਰਾ ਬੇਟਾ 2 ਵਜੇ ਉੱਠ ਜਾਂਦਾ ਤੇ ਬਹੁਤ ਹੀ ਜ਼ਿਆਦਾ ਰੋਂਦਾ। ਉਸ ਤੋਂ ਬਾਅਦ 1 ਘੰਟੇ ਬਾਅਦ ਦੁਬਾਰਾ ਸੌਂਦਾ। 12 ਤੋਂ 3 ਦਾ ਸਮਾਂ ਮੇਰੇ ਬੱਚੇ ਦੇ ਲਈ ਬਹੁਤ ਹੀ ਤੰਗੀ ਵਾਲਾ ਸਮਾਂ ਹੁੰਦਾ ਸੀ। ਜਦੋਂ 4 ਤੋਂ 5 ਦਿਨ ਤੱਕ ਏਦਾਂ ਹੀ ਹੁੰਦਾ ਰਿਹਾ ਤਾਂ ਮੈਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰਾਂ ਨੇ ਕਿਹਾ ਕਿ ਬੱਚਾ ਬਿਲਕੁਲ ਠੀਕ ਹੈ। ਮੇਰਾ ਬੱਚਾ ਰਾਤ ਨੂੰ 12 ਤੋਂ 3 ਵਜੇ ਤੱਕ ਪੂਰਾ ਰੋਂਦਾ ਤੇ ਉਸ ਤੋਂ ਬਾਅਦ ਹੀ ਸਾਰਾ ਦਿਨ ਸੁੱਤਾ ਰਹਿੰਦਾ, ਨਾ ਹੀ ਖੇਡਦਾ ਤੇ ਨਾ ਹੀ ਹੱਸਦਾ। ਤਕਰੀਬਨ 1.5 ਮਹੀਨੇ ਬਾਅਦ ਮੈਂ ਉਹ ਘਰ ਛੱਡ ਦਿੱਤਾ। ਮੇਰੇ ਮਨ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਵਹਿਮ ਭਰਮ ਆਉਣ ਲੱਗੇ ਤੇ ਇਸ ਕਰਕੇ ਮੈਂ ਉਹ ਘਰ ਛੱਡਣਾ ਸਹੀ ਸਮਝਿਆ ਤੇ ਉਸ ਤੋਂ ਬਾਅਦ ਮੈਂ ਦੂਸਰੀ ਜਗ੍ਹਾ ਚਲੀ ਗਈ। ਉਸ ਰਾਤ ਮੇਰਾ ਬੇਟਾ ਨਹੀਂ ਰੋਇਆ, ਪਰ ਉਸ ਦਿਨ ਤੋਂ ਬਾਅਦ ਉਸਨੇ ਬੋਲਣਾ ਹੀ ਬੰਦ ਕਰ ਦਿੱਤਾ। ਜਿਵੇਂ ਹੀ ਉਹ ਮੈਂ ਘਰ ਛੱਡਿਆ ਮੇਰੇ ਬੱਚੇ ਨੂੰ ਬੋਲਣਾ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਫਿਰ ਡਾਕਟਰ ਨੂੰ ਦਿਖਾਇਆ। ਸਾਰੇ ਟੈਸਟ ਫਿਰ ਨੋਰਮਲ ਸੀ। ਡਾਕਟਰ ਨੇ ਕਿਹਾ ਕਿ ਉਹ ਬੱਚੇ ਨੂੰ ਅਜਿਹੀ ਕੋਈ ਵੀ ਬਿਮਾਰੀ ਨਹੀਂ ਜਿਸ ਦੇ ਕਾਰਨ ਇਹ ਅਜਿਹਾ ਬਿਹੇਵ ਕਰੇ। ਬੱਚਾ ਦੁਬਾਰਾ ਨਹੀਂ ਬੋਲਿਆ ਤੇ ਨਾ ਹੀ ਹੱਸਦਾ ਤੇ ਨਾ ਹੀ ਬੱਚਿਆਂ ਦੇ ਨਾਲ ਖੇਡਦਾ, ਬਸ ਚੁੱਪਚਾਪ ਪਿਆ ਹੀ ਰਹਿੰਦਾ ਸੀ। ਹੁਣ ਮੈਂ ਬਹੁਤ ਤੰਗ ਤੇ ਪਰੇਸ਼ਾਨ ਰਹਿਣ ਲੱਗੀ
ਤੇ ਰੋ ਰੋ ਕੇ ਇਕੱਲੇ ਹੀ ਸਮਾਂ ਗੁਜ਼ਾਰਨ ਲੱਗੀ। ਪੂਰਾ 1 ਸਾਲ ਬੱਚੇ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਇਲਾਜ ਕਰਵਾਉਂਦੀ ਰਹੀ, ਡਾਕਟਰਾਂ ਦੇ ਕੋਲ ਜਾਂਦੀ ਰਹੀ, ਧੱਕੇ ਖਾਂਦੀ ਰਹੀ, ਪਰ ਬੱਚਾ ਠੀਕ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਡਾਕਟਰਾਂ ਦੇ ਕੋਲ ਧੱਕੇ ਖਾ ਖਾ ਕੇ ਨਿਰਾਸ਼ ਹੋ ਗਈ ਤੇ ਗੁਰੂ ਸਾਹਿਬ ਦਾ ਪੱਲਾ ਫੜਨ ਦੀ ਸੋਚੀ ਤੇ ਅੰਤ ਦੇ ਵਿੱਚ ਮੈਂ ਸ਼੍ਰੀ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਗਈ। ਇੱਥੇ ਇੱਕ ਅਲੌਕਿਕ ਚਮਤਕਾਰ ਵਾਪਰਿਆ ਜਿਸ ਨੂੰ ਦੇਖ ਕੇ ਮੇਰੀ ਰੂਹ ਹੀ ਕੰਬ ਗਈ। ਪੂਰੇ ਦਿਨ ਅਤੇ ਰਾਤ ਮੈਂ ਲੰਗਰ ਦੇ ਵਿੱਚ ਸੇਵਾ ਕੀਤੀ। ਅੰਮ੍ਰਿਤ ਵੇਲੇ ਜਦੋਂ ਪਾਲਕੀ ਤਿਆਰ ਹੋਈ ਤਾਂ ਮੈਂ ਸੰਗਤ ਦੇ ਨਾਲ ਪਾਲਕੀ ਦੇ ਨਾਲ ਚੱਲਣ ਲੱਗੀ। ਆਪਣੇ ਬੇਟਾ ਮੈਂ ਭੀੜ ਹੋਣ ਕਰਕੇ ਗੋਦੀ ਦੇ ਵਿੱਚ ਚੁੱਕਿਆ ਹੋਇਆ ਸੀ। ਗੁਰੂ ਸਾਹਿਬ ਜੀ ਦੀ ਪਾਲਕੀ ਦੇ ਨਾਲ ਚੱਲਦੇ ਚੱਲਦੇ ਮੇਰੀ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗੇ। ਮੈਂ ਸੰਗਤ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗੀ। ਜਦੋਂ ਪਾਲਕੀ ਸਾਹਿਬ ਦਰਸ਼ਨ ਦਰਵਾਜ਼ੇ ਤੱਕ ਆਈ ਤਾਂ ਮੇਰੇ ਬੱਚਾ ਅਚਾਨਕ ਹੀ ਸੰਗਤ ਦੇ ਨਾਲ ਬੋਲ ਪਿਆ ਤੇ ਜਿਹੜਾ ਉਸਨੇ ਸਭ ਤੋਂ ਪਹਿਲਾਂ ਸ਼ਬਦ ਬੋਲਿਆ ਸੀ ਉਹ ਸੀ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਉਸ ਦੇ ਇਹ ਸ਼ਬਦ ਸੁਣ ਕੇ ਉੱਚੀ ਉੱਚੀ ਰੋਣ ਲੱਗ ਪਈ ਤੇ ਰੋਂਦੀ ਰੋਂਦੀ ਵਿਰਾਗ ਦੇ ਵਿੱਚ ਮੈਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਰਹੀ। ਉਸ ਤੋਂ ਬਾਅਦ ਮੈਂ ਸਾਰੀ ਸੰਗਤ ਨੂੰ ਇਸ ਕ੍ਰਿਸ਼ਮੇ ਬਾਰੇ ਦੱਸਿਆ। ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰਾ ਬੱਚਾ 1.5 ਸਾਲ ਤੋਂ ਕੁਝ ਵੀ ਨਹੀਂ ਬੋਲ ਰਿਹਾ ਸੀ, ਗੂੰਗਾ ਹੀ ਹੋ ਗਿਆ ਸੀ, ਪਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਕਿਰਪਾ ਹੋਈ ਤੇ ਮੇਰਾ ਬੱਚਾ ਬੋਲਣ ਲੱਗ ਪਿਆ। ਅਜਿਹਾ ਲੌਕਿਕ ਕ੍ਰਿਸ਼ਮਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਹੀ ਹੋ ਸਕਦਾ ਹੈ। ਗੁਰੂ ਸਾਹਿਬ ਨੇ ਮੇਰੀ ਬਾਹ ਫੜੀ ਤੇ ਮੇਰੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ। ਮੇਰਾ ਬੱਚੇ ਦੀ ਚੁੱਪ ਹੋਣ ਦੇ ਪਿੱਛੇ ਚਾਹੇ ਕੋਈ ਵੀ ਕਾਰਨ ਹੋਵੇ, ਪਰ ਠੀਕ ਹੋਣ ਪਿੱਛੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੀ ਹੈ, ਜੋ ਕਿ ਸਭ ਤੋਂ ਵੱਡੀ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੱਤਾ ਤੇ ਮੇਰੇ ਬੱਚੇ ਤੇ ਮੈਨੂੰ ਖੁਸ਼ੀਆਂ ਦਿੱਤੀਆਂ। ਮੈਂ ਜੋ ਵੀ ਇੱਛਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਰੱਖ ਕੇ ਆਈ ਸੀ, ਉਹ ਮੇਰੀ ਪੂਰਨ ਹੋਈ। ਮੈਂ ਤੇ ਹੁਣ ਮੇਰਾ ਬੱਚਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਤੇ ਪੂਰਨ ਵਿਸ਼ਵਾਸ ਕਰਦਾ ਹੈ ਤੇ ਬਾਣੀ ਦੇ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸੰਗਤ ਜੀ ਲਾਈਕ ਵੀ ਜ਼ਰੂਰ ਕਰਿਆ ਕਰੋ। ਤੁਹਾਡੇ ਲਾਈਕ ਕਰਨ ਦੇ ਨਾਲ ਸਾਡਾ ਹੌਸਲਾ ਵੱਧਦਾ ਹੈ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।